बरन सके महिमा जो तिहारी, हम ना सकत कर सिफत तुम्हारी। आप ले हो तुम कथा सुधारी, हम ना सकत कर सिफत तुम्हारी। आप ले हो तुम कथा सुधारी। सम्मानयोग गुरु की साजी हुई गुरु प्यारी साध संगत जी, गुरु साहिब दी बख्शिश मेहर दा सदका ऐसे गुरु जी दे चरनां विच सजन दा कीमती समां वाहिगुरु जी ने सानू बख्शिया है। गुरबाणी दे विचार आरंभ करन तों प्रथम सनिमर फतेह प्रवान करनी जी। वाहिगुरु जी का खालसा, वाहिगुरु जी की फतेह। अज दा जो पावन बचन है वो शहीदां दे सिरताज श्री गुरु अर्जन देव जी महाराज उन्हां दी रसना तो गायन किया होया है, जो कि जैतसरी राग दे विच 702 अंग ते विराजमान है, सुभाएमान है। गुरु अर्जन देव जी इस शब्द दे विच पपीहे की उदाहरण लैके, चकवी पंछी की उदाहरण लैके, मच्छी की उदाहरण लैके उन्हां दी जो भी प्रीत आ जिस जिस नाल उहनूं दर्शा के ते अपनी प्रीत दे बारे दसदे आ, तड़फना बारे दसदे आ। इस शब्द दे अंदर बहुत सोहना शब्द है गुरु अर्जन देव जी का। जैतसरी महला पंजवा, चात्रिक चितवत बरसत में। गुरु अर्जन देव जी साहिब फरमाउंदे ने चात्रिक भाव की ओ पपीहा पंछी चितवत बरसत में, हमेशा ही जदों भी बोलदा है पपीहा तां ओहदी जल दे नाल प्रीत हुंदी आ। ਉਹ ਮੀਂਹ ਲਈ ਬੋਲਦਾ ਪੁਕਾਰਦਾ, ਚਾਤ੍ਰਿਕ ਚਿਤਵਤ ਬਰਸਤ ਮੇ। ਉਹਦੇ ਬੋਲਣ ਦੇ ਪਿੱਛੇ ਰਾਜ ਇਹੀ ਆ, ਉਹ ਚਾਹੁੰਦਾ ਹੈ ਬਰਸਾਤ ਹੋਵੇ, ਮੀਂਹ ਪਵੇ। ਹੋਰ ਕੋਈ ਉਹਦਾ ਬੋਲਣ ਦਾ ਕੋਈ ਕਾਰਨ ਨਹੀਂ ਉਹਦੇ ਪਿੱਛੇ, ਉਹਨੂੰ ਕੁਝ ਵੀ ਨਹੀਂ ਚਾਹੀਦਾ ਹੋਰ। ਜਿਸ ਤਰ੍ਹਾਂ ਇੱਕ ਪਪੀਹੇ ਨੂੰ ਮੇਹ ਤੋਂ ਬਿਨਾ, ਬਰਸਾਤ ਤੋਂ ਬਿਨਾ, ਬਰਖਾ ਤੋਂ ਬਿਨਾ ਕੁਝ ਵੀ ਨਹੀਂ ਚਾਹੀਦਾ। ਕਿਰਪਾ ਸਿੰਧ ਕਰਨਾ ਪ੍ਰਭ ਧਾਰੂ, ਕਿਰਪਾ ਸਿੰਧ ਕਰਨਾ ਪ੍ਰਭ ਧਾਰੂ, ਹਰ ਪ੍ਰੇਮ ਭਗਤ ਕੋ ਨੇ। हे मेरे मालिक जी,
ਮੇਰੇ ਤੇ ਵੀ ਕਿਰਪਾ ਕਰੋ। ਮੈਨੂੰ ਪ੍ਰੇਮ ਤੋਂ ਬਿਨਾ, ਭਗਤ ਤੋਂ ਬਿਨਾ, ਭਗਤੀ ਤੋਂ ਬਿਨਾ ਕੁਝ ਵੀ ਨਹੀਂ ਚਾਹੀਦਾ। ਮੈਨੂੰ ਆਪ ਜੀ ਦੀ ਬਾਣੀ ਦੇ ਪ੍ਰੇਮ ਤੋਂ ਬਿਨਾ ਕੁਝ ਵੀ ਨਹੀਂ ਚਾਹੀਦਾ। ਜਿਸ ਤਰ੍ਹਾਂ ਚਾਤ੍ਰਿਕਾ ਪਪੀਹਾ ਪੰਛੀ ਆ, ਜਦੋਂ ਬੋਲਦਾ ਤੇ ਉਹਨੂੰ ਵਰਖਾ ਤੋਂ ਬਿਨਾ, ਮੀਂਹ ਦੀਆਂ ਬੂੰਦਾਂ ਤੋਂ ਬਿਨਾ ਕੁਝ ਨਹੀਂ ਚਾਹੀਦਾ। ਇਸ ਕਰਕੇ ਮੈਂ ਵੀ ਗੁਰੂ ਸਾਹਿਬ ਜੀ ਅਰਜ਼ੋਈ ਕਰਦਾ ਹਾਂ, ਪ੍ਰੇਮਾ ਭਗਤੀ ਤੋਂ ਬਿਨਾ ਮੈਨੂੰ ਕੁਝ ਨਹੀਂ ਚਾਹੀਦਾ। ਹੋਰ ਬਹੁਤ ਉੱਚੀ ਸੁੱਚੀ ਗੱਲ ਇਹਨਾਂ ਨੇ ਕਰ ਦਿੱਤੀ ਆ। ਵਾਹਿਗੁਰੂ ਪਰਮੇਸ਼ਰ ਦੇ ਜੋ ਅਵਤਾਰ ਹਨ ਗੁਰੂ ਅਰਜਨ ਦੇਵ ਜੀ, ਕਹਿੰਦੇ ਨੇ ਅਨਕ ਸੂਖ ਚੱਕ ਵੀ ਨਹੀਂ ਚਾਹਤ, ਅਨੰਦ ਪੂਰਨ ਪੇਖ ਦੇ। ਚੱਕ ਵੀ ਇੱਕ ਪੰਛੀ ਹੈ, ਸੁਖਰਾਬ ਵੀ ਇਹਦਾ ਨਾਮ ਆਉਂਦਾ। ਇਹਦੀ ਸੂਰਜ ਨਾਲ ਪ੍ਰੀਤ ਆ, ਜਿਵੇਂ ਚਕੋਰ ਆ ਉਹਦੀ ਚੰਦਰਮਾ ਨਾਲ ਪ੍ਰੀਤ ਆ, ਇਹਦੀ ਸੂਰਜ ਨਾਲ ਪ੍ਰੀਤ ਆ। ਅਨੇਕਾਂ ਤਰ੍ਹਾਂ ਦੇ ਸੁੱਖ ਚੱਕਵੀ ਨੂੰ ਦੇ ਦਿੱਤੇ ਜਾਣ, ਪਰ ਉਹਨੂੰ ਚਾਹੀਦੇ ਨਹੀਂ, ਉਹ ਨਹੀਂ ਚਾਹਤ। ਉਹਨੂੰ ਸਿਰਫ ਸੂਰਜ ਹੀ ਚਾਹੀਦਾ ਹੈ, ਕੁਝ ਹੋਰ ਨਹੀਂ ਚਾਹੀਦਾ। ਆਨ ਪਾਵਨ ਜੀਵਤ ਮੀਨਾ, ਬਿਨ ਜਲ ਮਰਨਾ ਤੇ। ਹੂਬਹੂ ਮੱਛੀ ਆ ਜਿਹੜੀ, ਮੀਨ ਆ ਜਿਹੜੀ, ਉਹ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਉਹਦਾ ਤੈਅ ਆ ਮਰਨਾ ਪਾਣੀ ਤੋਂ ਬਿਨਾਂ, ਉਹ ਮਰ ਜਾਵੇਗੀ। ਹੋਰ ਕੋਈ ਉਪਾਵਾਂ ਦੇ ਨਾਲ ਉਹਨੂੰ ਜਿਉਂਦਾ ਨਹੀਂ ਰੱਖਿਆ ਜਾ ਸਕਦਾ। ਇਸ ਤਰ੍ਹਾਂ ਮੈਂ ਵੀ ਹੁਣ ਵਾਹਿਗੁਰੂ ਜੀ ਤੁਹਾਡੇ ਨਾਮ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦਾ। ਹਮ ਅਨਾਥ ਨਾਥ ਹਰਿ ਸ਼ਰਣੀ, ਆਪਣੀ ਕਿਰਪਾ ਕਰੇ। ਮੈਂ ਅਨਾਥ ਹਾਂ, ਬੇਸਹਾਰਾ ਹਾਂ, ਬੇਆਸਰਾ ਹਾਂ, ਦੁਖੀ ਹਾਂ। ਆਪਣੀ ਕਿਰਪਾ ਕਰੇ, ਮੇਰੇ ਤੇ ਆਪਣੀ ਕਿਰਪਾ ਕਰੋ ਜੀ। ਚਰਨ ਕਮਲ ਨਾਨਕ ਆਰਾਧੈ, ਤਿਸ ਬਿਨ ਆਨ ਨ ਕੇ। ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਚਰਨਾਂ ਕਮਲਾਂ ਨੂੰ ਆਰਾਧਨਾ ਕਰਦਾ ਹਾਂ। ਇਹਨਾਂ ਨਾਲ ਹੀ ਮੈਂ ਲੱਗਿਆ ਰਹਾਂ, ਇਹਨਾਂ ਤੋਂ ਬਿਨਾਂ ਮੈਨੂੰ ਕੁਝ ਹੋਰ ਨਹੀਂ ਚਾਹੀਦਾ। ਤਾਂ ਇਹ ਹੁਕਮਨਾਮੇ ਦੀ ਇੱਕ ਸੰਖੇਪ ਵਿਆਖਿਆ। ਤਾਂ ਜੇਕਰ ਇਹਦਾ ਆਪਾਂ ਭਾਵ ਅਰਥ ਸਮਝੀਏ ਭਾਵਨਾ ਦੇ ਨਾਲ, ਇਹਦੇ ਵਿੱਚ ਜਿਹੜੀ ਮੂਲ ਗੱਲ ਆ ਉਹ ਆ ਇੱਕ ਤੜਫ। ਜਿੱਦਾਂ ਪਪੀਹੇ ਨੂੰ ਤੜਫ ਆ ਬਰਸਾਤ ਦੀ, ਵਰਖਾ ਦੀ, ਮੱਛੀ ਨੂੰ ਤੜਫ ਆ ਜੇ ਪਾਣੀ 'ਚ ਕੱਢ ਲਈਏ ਬਾਹਰ ਪਾਣੀ ਦੀ, ਚੱਕਵੀ ਨੂੰ ਚਾਹਤ ਆ ਸੂਰਜ ਦੀ। ਇਸ ਤਰ੍ਹਾਂ ਸਿੱਖ ਨੂੰ ਚਾਹਤ ਆ ਗੁਰੂ ਦੀ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਹਮ ਅਨਾਥ ਨਾਥ ਹਰਿ ਸ਼ਰਣੀ, ਆਪਣੀ ਕਿਰਪਾ ਕਰੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਢਾਕੇ ਗਏ। ਦੀਨ ਦੁਨੀਆ ਦੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਦੇ ਹੋਏ ਢਾਕੇ ਗਏ। ਇਸ ਸਥਾਨ ਦੇ ਉੱਪਰ ਨਗਰ ਦੇ ਵਿੱਚ ਉੱਥੇ ਸਨ ਭਾਈ ਬਲਾਕੀ ਦਾਸ ਰਹਿਣ ਵਾਲੇ, ਜਿਹੜੇ ਕਿ ਗੁਰੂ ਘਰ ਦੇ ਪ੍ਰਚਾਰਕ ਸਨ। ਉਹਨਾਂ ਦੇ ਮਾਤਾ ਜੀ ਸੀ ਜਿਹੜੇ ਬੜੇ ਬਜ਼ੁਰਗ ਹੋ ਗਏ ਸੀ, ਪਰ ਉਹਨਾਂ ਨੇ ਸੂਤ ਕੱਤ ਕੇ ਗੁਰੂ ਮਹਾਰਾਜ ਵਾਸਤੇ ਪੁਸ਼ਾਕ ਤਿਆਰ ਕੀਤੀ ਆ, ਇੱਕ ਪਲੰਘ ਤਿਆਰ ਕੀਤਾ। ਭਾਵੇਂ ਕਿ ਹੁਣ ਅੱਖਾਂ ਦੀ ਜੋਤ ਆ ਜਿਹੜੀ ਘਟ ਰਹੀ ਸੀ, ਕੰਨ ਵੀ ਰੀਣੇ ਹੋ ਗਏ ਸੀ, ਸਰੀਰ ਜਰਜਰਾ ਹੋ ਗਿਆ, ਚੋਲਾ ਸਰੀਰ ਦਾ ਪੁਰਾਣਾ ਹੋ ਰਿਹਾ ਸੀ। ਹੁਣ ਉਹ ਵੀ ਦਿਨ ਨੇੜੇ ਸੀ ਜਦੋਂ ਜਿੰਦ ਰੂਪ ਵਹੁਟੀ ਨੂੰ ਮੌਤ ਨੇ ਆ ਕੇ ਵਿਆਹ ਕੇ ਲੈ ਜਾਣਾ। ਇਹ ਸਭ ਕੁਝ ਵੇਖਦੇ ਹੋਏ ਬਹੁਤ ਪ੍ਰੀਤ ਬਣਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕਿ ਕਦੋਂ ਉਹ ਆਉਣਗੇ, ਕਦੋਂ ਆਉਣਗੇ ਗੁਰੂ ਤੇਗ ਬਹਾਦਰ। ਇਹ ਪਲੰਘ 'ਤੇ ਜੋ ਮੈਂ ਮੰਜਾ ਬੁਣਿਆ ਹੈ
ਉਹਦੇ 'ਤੇ ਆ ਕੇ ਸਜਣਗੇ। ਸੋਹਣੇ ਕੱਪੜੇ ਵਿਛਾਵਾਂਗੀ ਗੁਰੂ ਮਹਾਰਾਜ ਵਾਸਤੇ। ਤੇ ਗੁਰੂ ਤੇਗ ਬਹਾਦਰ ਜੀ ਉੱਥੇ ਆ ਗਏ। ਜਦੋਂ ਗੁਰੂ ਸਾਹਿਬ ਜੀ ਆਏ ਤੇ ਮਾਤਾ ਜੀ ਪ੍ਰੇਮ ਦੇ ਨਾਲ ਭਿੱਜ ਗਏ। ਇਉਂ ਲੱਗਾ ਜਿਵੇਂ ਮੱਛੀ ਆ ਜਿਹੜੀ ਪਾਣੀ ਤੋਂ ਬਾਹਰ ਸੀ ਤੇ ਉਹਨੂੰ ਪਾਣੀ ਮਿਲ ਗਿਆ, ਜਿਵੇਂ ਕਿ ਪਪੀਹੇ ਨੂੰ ਬੂੰਦ ਮਿਲ ਗਈ ਸਵਾਤੀ, ਜਿਹੜਾ ਜਨਮਾਂ ਜਨਮਾਂ ਦਾ ਪਿਆਸਾ ਸੀ। ਚੱਕਵੀ ਨੂੰ ਸੂਰਜ ਮਿਲ ਗਿਆ, ਮੋਰ ਨੂੰ ਜਿਹੜੇ ਆ ਬੱਦਲਾਂ ਦੀ ਗਰਜਨਾ ਮਿਲ ਗਈ। ਇਸ ਤਰ੍ਹਾਂ ਸਮਝੋ ਇਹ ਪ੍ਰੀਤ ਇੰਨੀ ਸੀ। ਚਕੋਰ ਨੂੰ ਚੰਦ ਮਿਲ ਗਿਆ। ਤੇ ਇਹ ਸਾਰੀ ਪ੍ਰੀਤ ਜੋ ਵੀ ਉਹਨਾਂ ਦੀ ਬਣੀ। ਤੇ ਫਿਰ ਕਹਿਣ ਲੱਗੀ ਮਹਾਰਾਜ ਮੈਨੂੰ ਛੱਡ ਕੇ ਨਾ ਜਾਓ, ਮੈਂ ਚਾਹੁੰਦੀ ਹਾਂ ਇਹ। ਗੁਰੂ ਸਾਹਿਬ ਜੀ ਨੇ ਆਖਿਆ ਸਾਨੂੰ ਜਾਣਾ ਪਵੇਗਾ, ਸਾਨੂੰ ਜਾਣਾ ਪਵੇਗਾ। ਅੱਗੇ ਵੀ ਸਿੱਖੀ ਦਾ ਪ੍ਰਚਾਰ ਕਰਨਾ, ਰਾਜਾ ਬਿਸ਼ਨ ਸਿੰਘ ਦੀ ਮਦਦ ਕਰਨੀ, ਅੱਗੇ ਜਾ ਕੇ ਉਹਨਾਂ ਦੀ ਵੀ ਫਤਿਹ ਕਰਵਾਉਣੀ ਆ। ਜੰਗ ਦੇ ਵਿੱਚ ਜਾਣਾ ਤਾਂ ਪਵੇਗਾ। ਤੁਸੀਂ ਇਉਂ ਕਰੋ, ਕਿਸੇ ਮੁਸੱਵਰ ਨੂੰ ਮੰਗਵਾਓ ਜੋ ਤਸਵੀਰ ਬਣਾਉਣੀ ਜਾਣਦਾ ਹੋਵੇ, ਸਾਹਮਣੇ ਖੜੇ ਬੰਦੇ ਦੀ ਤਸਵੀਰ ਬਣਾਵੇ। ਕੋਈ ਚਿੱਤਰਕਾਰ ਹੈ ਤੇ ਸੱਦ ਲਵੋ, ਉਹ ਮੇਰੀ ਤਸਵੀਰ ਬਣਾ ਕੇ ਰੱਖ ਲਓ ਇੱਥੇ। ਪੈਸੇ ਦੇ ਕੇ ਉਸ ਮਾਈ ਨੇ, ਬਜ਼ੁਰਗ ਮਾਤਾ ਨੇ ਇੱਕ ਚਿੱਤਰਕਾਰ ਨੂੰ ਬੁਲਾਇਆ। ਉਹਨੇ ਗੁਰੂ ਸਾਹਿਬ ਜੀ ਦੀ ਤਸਵੀਰ ਬਣਾਉਣੀ ਸ਼ੁਰੂ ਕੀਤੀ, ਪਰ ਗੁਰੂ ਸਾਹਿਬ ਜੀ ਦਾ ਚਿਹਰਾ ਉਹਦੇ ਤੋਂ ਬਣਿਆ ਨਹੀਂ। ਇੰਨਾ ਜਲਾਲ ਸੀ, ਉਹ ਨਹੀਂ ਬਣਾ ਸਕਿਆ। ਗੁਰੂ ਸਾਹਿਬ ਜੀ ਨੇ ਦੇਖਿਆ ਕਿ ਇਹ ਅਧੂਰਾ ਕੰਮ ਰਹਿ ਜਾਏਗਾ। ਬੁਰਸ਼ ਉਹਦੇ ਹੱਥੋਂ ਫੜ ਕੇ ਆਪ ਆਪਣਾ ਚਿਹਰਾ ਉਸ ਪੇਪਰ ਦੇ ਉੱਪਰ, ਉਸ ਕਾਗਜ਼ ਦੇ ਉੱਪਰ ਮਹਾਰਾਜ ਨੇ ਬਣਾਇਆ ਤੇ ਤਸਵੀਰ ਸੰਪੂਰਨ ਕੀਤੀ ਤੇ ਉਹ ਮਾਤਾ ਜੀ ਨੂੰ ਦਿੱਤੀ ਆ। ਬਲਾਕੀ ਦਾਸ ਦੇ ਮਾਤਾ ਜੀ, ਉਹਨਾਂ ਨੂੰ ਦਿੱਤੀ। ਤਸਵੀਰ ਐਸੀ ਬਣੀ। ਪਹਿਲਾਂ ਜਦੋਂ ਮਾਤਾ ਜੀ ਨੇ ਦੇਖਿਆ, ਗੁਰੂ ਸਾਹਿਬ ਜੀ ਦੀਆਂ ਪਲਕਾਂ ਬੰਦ ਸਨ, ਨੈਣ ਨੇਤਰ ਬੰਦ ਸਨ, ਪਰ ਜਦੋਂ 2-3 ਸੈਕਿੰਡ ਲਈ ਉਹ ਮਾਤਾ ਜੀ ਨੇ ਫੋਟੋ ਵੱਲ, ਤਸਵੀਰ ਵੱਲ ਦੇਖਣਾ ਕੀਤਾ ਤੇ ਉਹ ਬੰਦ ਨੇਤਰ ਖੁੱਲ੍ਹ ਗਏ ਉਸ ਤਸਵੀਰ ਦੇ, ਜਿਹੜੀ ਮਹਾਰਾਜ ਨੇ ਆਪ ਬਣਾਈ। ਯਕੀਨ ਹੋ ਗਿਆ ਫਿਰ ਉਹ ਮਾਤਾ ਨੂੰ ਕਿ ਇਹ ਜਿਹੜੀ ਤਸਵੀਰ ਮੈਨੂੰ ਦੇ ਕੇ ਜਾ ਰਹੇ ਆ, ਇਹਦੇ ਵਿੱਚ ਗੁਰੂ ਸਾਹਿਬ ਜੀ ਦੀ ਆਪਣੀ ਕਲਾ ਹੈ, ਪ੍ਰਤੱਖ ਨੇ। ਫਿਰ ਉਹਨੂੰ ਪਲੰਘ 'ਤੇ ਬਿਰਾਜਮਾਨ ਕਰਦੀ ਰਹੀ, ਸੇਵਾ ਕਰਦੀ ਰਹੀ ਉਸ ਤਸਵੀਰ ਦੀ। ਇਸ ਤਰ੍ਹਾਂ ਜਦੋਂ ਵੀ ਵੇਖਦੀ ਉਹ ਪਲਕਾਂ ਜੋ ਬੰਦ ਹੁੰਦੀਆਂ ਖੁੱਲ੍ਹ ਜਾਂਦੀਆਂ। ਜਿਉਂਦੀ ਜਾਗਦੀ ਤਸਵੀਰ ਜੋ ਅੱਧੀ ਇੱਕ ਚਿੱਤਰਕਾਰ ਨੇ ਬਣਾਈ ਆ, ਅੱਧੀ ਗੁਰੂ ਤੇਗ ਬਹਾਦਰ ਜੀ ਨੇ ਆਪ ਬਣਾਈ ਆ। ਆਪਣੀ ਤਸਵੀਰ, ਜਿਹੜਾ ਚਿਹਰਾ ਵਾ, ਆਪ ਬਣਾਇਆ। ਤੇ ਹਮ ਅਨਾਥ ਨਾਥ ਹਰ ਸ਼ਰਣੀ, ਆਪਣੀ ਕਿਰਪਾ ਕਰੇ ਚਰਨ ਕਮਲ ਨਾਨਕ ਆਰਾਧੈ, ਤਿਸ ਬਿਨ ਆਨ ਨ ਕੇ। ਤਾਂ ਬਜ਼ੁਰਗ ਮਾਈ ਨੂੰ ਆਖਿਆ ਕਿ ਜਦੋਂ ਤੁਹਾਡਾ ਆਖਰੀ ਸਮਾਂ ਆਵੇਗਾ, ਉਦੋਂ ਤੁਸੀਂ ਸਾਡੇ ਵਿੱਚ ਹੀ ਲੀਨ ਹੋ ਜਾਓਗੇ, ਕਿਉਂਕਿ ਬਜ਼ੁਰਗ ਹੁੰਦੇ ਵੀ ਤੁਸੀਂ ਪ੍ਰੀਤ ਆ ਜਿਹੜੀ ਵਾਹਿਗੁਰੂ ਦੇ ਨਾਲ ਛੱਡੀ ਨਹੀਂ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉੱਥੇ ਧਰਮਸਾਲ ਬਣਵਾ ਕੇ ਦਿੱਤੀ ਇੱਕ। ਉਹਦੇ ਵਿੱਚ ਸਭ ਨੂੰ ਸੁਬਾਹ ਤੇ ਸ਼ਾਮ ਸਮੇਂ 'ਚੋਂ ਸਮਾਂ ਕੱਢ ਕੇ ਕੀਰਤਨ ਕਰਨ ਲਈ, ਕੀਰਤਨ ਸਰਵਣ ਕਰਨ ਲਈ ਪ੍ਰੇਰਿਆ, ਸੰਗਤ ਕਰਨ ਲਈ ਸਭ ਨੂੰ ਆਖਿਆ ਤੇ ਉੱਥੋਂ ਦੇ ਲੋਕਾਂ ਦਾ ਭਲਾ ਕੀਤਾ ਗੁਰੂ ਤੇਗ ਬਹਾਦਰ ਜੀ ਨੇ। ਤੇ ਬਜ਼ੁਰਗ ਮਾਤਾ ਜਿਹੜੀ ਸੂਤ ਕੱਤਦੀ ਹੁੰਦੀ ਸੀ, ਜਿਹਨੇ ਆਪਣੇ ਹੱਥਾਂ ਨਾਲ ਪਲੰਘ ਤਿਆਰ ਕਰਵਾਇਆ, ਗੁਰੂ ਸਾਹਿਬ ਜੀ ਵਾਸਤੇ ਪੁਸ਼ਾਕ ਤਿਆਰ ਕੀਤੀ ਆ। ਉਮਰ ਭਾਵੇਂ 90 ਤੋਂ ਵੀ ਵੱਧ ਹੋ ਗਈ ਸੀ, ਪਰ ਪ੍ਰੀਤ ਨਹੀਂ ਉਹਨੇ ਛੱਡੀ। ਚਾਤ੍ਰਿਕ ਚਿਤਵਤ ਬਰਸਤ ਮੇ, ਕਿਰਪਾ ਸਿੰਧ ਕਰਨਾ ਪ੍ਰਭ ਧਾਰੂ, ਹਰ ਪ੍ਰੇਮ ਭਗਤ ਕੋ ਨੇ। ਇੱਦਾਂ ਹੀ ਮਹਾਰਾਜ ਕਹਿੰਦੇ ਆ, ਬਸ ਜਿਵੇਂ ਪਪੀਹੇ ਨੂੰ ਕੁਝ ਨਹੀਂ ਚਾਹੀਦਾ, ਪੁੱਛੋ ਤੋਂ ਕੀ ਚਾਹੀਦਾ, ਪ੍ਰਿਯੂ ਪ੍ਰਿਯੂ ਕਰਦਾ ਕੀ ਚਾਹੀਦਾ, ਜਲ ਨਿਧ ਪ੍ਰੇਮ ਪਿਆਰ। ਉਹਨੂੰ ਬਰਖਾ ਚਾਹੀਦੀ ਆ, ਮੀਂਹ ਚਾਹੀਦਾ, ਹੋਰ ਨਹੀਂ ਕੁਝ ਚਾਹੀਦਾ। ਪੰਛੀ ਨੂੰ ਪੁੱਛੋ ਜਾ ਕੇ, ਚੱਕਵੀ ਨੂੰ ਜਿਹੜਾ ਇੱਕ ਪੰਛੀ ਆ, ਕੀ ਚਾਹੀਦਾ ਹੈ, ਉਹ ਕਹੂ ਮੈਨੂੰ ਸੂਰਜ ਚਾਹੀਦਾ।
ਹੋਰ ਕੁਝ ਨਹੀਂ ਚਾਹੀਦਾ। ਪੁੱਛੋ ਜਾ ਕੇ ਮੱਛੀ ਨੂੰ ਕੀ ਤੇਰਾ ਅਸਲ ਜੀਵਨ ਆ, ਉਹ ਕਹੂਗੀ ਪਾਣੀ ਹੀ ਮੇਰਾ ਜੀਵਨ ਆ, ਹੋਰ ਨਹੀਂ ਕੁਝ ਚਾਹੀਦਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਮੈਨੂੰ ਵੀ ਹੁਣ ਕੁਝ ਹੋਰ ਨਹੀਂ ਚਾਹੀਦਾ। ਕਿਰਪਾ ਸਿੰਧ ਕਰਨਾ ਪ੍ਰਭ ਧਾਰੂ, ਹਰ ਪ੍ਰੇਮ ਭਗਤ ਕੋ ਨੇ। ਪ੍ਰੇਮ ਜਿਹੜਾ ਹੈ, ਭਗਤੀ ਜਿਹੜੀ ਆ ਪ੍ਰੇਮ ਦੇ ਨਾਲ ਕਰਨੀ, ਜਾਂ ਤੁਹਾਡੇ ਚਰਨਾਂ ਨਾਲ ਪਿਆਰ, ਇਹ ਮੈਨੂੰ ਦੇ ਦਿਓ, ਇਹ ਕਿਰਪਾ ਕਰੋ ਮੇਰੇ ਤੇ। ਕਿਰਪਾ ਸਿੰਧ ਕਰਨਾ ਪ੍ਰਭ ਧਾਰੂ, ਹਰ ਪ੍ਰੇਮ ਭਗਤ ਕੋ ਨੇ। ਜਿਹੜੀ ਕਿਰਪਾ ਹੈ ਉਹ ਸਭ ਤੋਂ ਵੱਡੀ ਦਾਤ ਹੁੰਦੀ ਆ। ਇਹਦੇ ਬਿਨਾਂ ਬੰਦਾ ਉੱਠ ਨਹੀਂ ਸਕਦਾ ਸਵੇਰ ਵੇਲੇ, ਇਹਦੇ ਬਿਨਾਂ ਚੱਲ ਕੇ ਗੁਰੂਦੁਆਰੇ ਨਹੀਂ ਆ ਸਕਦਾ। ਕਿਰਪਾ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਸਾਹ ਵੀ ਦੂਜਾ ਨਹੀਂ ਆ ਸਕਦਾ। ਇੱਕ ਸਾਹ ਆ ਗਿਆ, ਅਗਲਾ ਸਾਹ ਤਾਂ ਆਵੇਗਾ ਜੇ ਉਹਦੀ ਕਿਰਪਾ ਹੋਏਗੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਕ ਸਾਖੀ ਆ ਬੜੀ ਪਿਆਰੀ। ਕਹਿੰਦੇ ਜਦੋਂ ਰੱਬ ਦੇ ਨਾਲ ਮੇਰੀ ਮੁਲਾਕਾਤ ਹੋਈ ਆ, ਪਰਮਾਤਮਾ ਨੇ ਮੈਨੂੰ ਬੁਲਾਇਆ। ਜਦੋਂ ਮੈਂ ਅਵਤਾਰ ਲੈਣ ਤੋਂ ਪਹਿਲਾਂ ਇਹ ਸਾਰੀ ਇੱਕ ਵਾਰਤਾਲਾਪ ਹੋਈ ਆ। ਕਹਿੰਦੇ ਮੈਂ ਠਾੜ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ। ਮੈਂ ਹੱਥ ਜੋੜ ਕੇ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਖੜਾ ਹੋ ਗਿਆ ਤੇ ਬੇਨਤੀ ਕੀਤੀ ਪਰਮਾਤਮਾ ਨੂੰ। ਜਦੋਂ ਮੈਨੂੰ ਕਹਿਣ ਲੱਗੇ ਤੁਸੀਂ ਪੰਥ ਸਜਾਇਓ, ਖਾਲਸਾ ਪੰਥ ਬਣਾਇਓ ਤੇ ਜਾ ਕੇ ਦੁਸ਼ਟਾਂ ਦਾ ਜਿਹੜਾ ਹੈ ਸਿਰ ਤੋੜ ਕੇ ਉਹਨਾਂ ਦੇ ਅੰਦਰੋਂ ਦੁਸ਼ਟਪੁਣਾ ਖਤਮ ਕਰਕੇ ਸਹੀ ਮਾਰਗ ਲੋਕਾਂ ਨੂੰ ਦਿਖਾਇਓ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਭ ਕੁਝ ਤਾਂ ਹੋ ਸਕੇਗਾ ਪੰਥ ਚੱਲੈ ਤਬ ਜਗਤ ਮੈਂ। ਪੰਥ ਤਾਂ ਹੀ ਚੱਲ ਸਕਦਾ ਦੁਨੀਆ ਦੇ ਵਿੱਚ ਜੇ ਤੁਮ ਕਰੋ ਸਹਾਏ। ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਜਦੋਂ ਤੁਸੀਂ ਸਹਾਇਕ ਬਣੋਗੇ, ਕਿਰਪਾ ਕਰੋਗੇ ਤਾਂ ਪੰਥ ਚੱਲੂਗਾ। ਭਾਵ ਕਿ ਇਸ ਤੋਂ ਬਿਨਾਂ ਨਹੀਂ ਚੱਲ ਸਕਦਾ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਹੀ ਕਹਿੰਦੇ ਆ ਵੀ ਮੈਂ ਪ੍ਰਮਾਤਮਾ ਨੂੰ ਆਖਿਆ ਤੁਹਾਡੀ ਕਿਰਪਾ ਬਿਨਾਂ ਪੰਥ ਨਹੀਂ ਚੱਲ ਸਕਦਾ, ਕੁਝ ਵੀ ਨਹੀਂ ਹੋ ਸਕਦਾ। ਕਿਰਪਾ ਬੜੀ ਜ਼ਰੂਰੀ ਆ। ਤਾਂ ਇਹ ਮਹਾਰਾਜ ਜੋ ਕਹਿ ਰਹੇ ਆ, ਇੰਨੀ ਤੜਫਣਾ, ਇੰਨੀ ਪ੍ਰੀਤ, ਇਹ ਜੇ ਕਰੋੜ ਬੰਦਾ ਬੈਠਾ ਹੋਵੇ, ਗੁਰੂ ਸਾਹਿਬ ਜੀ ਕਹਿੰਦੇ ਉਹਦੇ ਵਿੱਚੋਂ ਇੱਕ ਬੰਦੇ ਦੀ ਇੰਨੀ ਹੁੰਦੀ ਆ। 1 ਕਰੋੜ ਬੰਦੇ ਵਿੱਚ ਇੱਕ ਬੰਦਾ ਹੋਵੇ, ਉਹਦੀ ਹੀ ਇੰਨੀ ਪ੍ਰੀਤ ਆ ਰੱਬ ਦੇ ਨਾਲ ਜਿੰਨੀ ਆਹ ਹੁਕਮਨਾਮੇ ਵਿੱਚ ਦੱਸੀ ਆ। ਜਿਵੇਂ ਮੱਛੀ ਦੀ ਪਾਣੀ ਨਾਲ, ਬੱਦਲਾਂ ਦੀ ਗਰਜਨ ਨਾਲ ਮੋਰ ਦੀ ਪ੍ਰੀਤ ਹੁੰਦੀ ਆ, ਬਰਖਾ ਨਾਲ ਪਪੀਹੇ ਦੀ ਪ੍ਰੀਤ ਹੁੰਦੀ ਆ, ਸੂਰਜ ਨਾਲ ਚਕਵੀ ਦੀ ਪ੍ਰੀਤ ਹੁੰਦੀ ਆ, ਚਕੋਰ ਦੀ ਚੰਦ ਦੇ ਨਾਲ ਪ੍ਰੀਤ ਹੁੰਦੀ ਆ। ਇੰਨੀ ਪ੍ਰੀਤ ਕਿਸੇ ਵਿਰਲੇ ਦੀ ਹੁੰਦੀ ਆ। ਕਰੋੜਾਂ ਦੇ ਵਿੱਚੋਂ ਇੱਕ ਕੋਈ। ਤੇਰਾ ਜਨ ਏਕ ਆਦ ਕੋਈ, ਸਭ ਕਾ ਮਾਲਕ ਏਕ ਹੈ, ਪਰ ਮਾਲਕ ਕਾ ਕੋਈ ਏਕ ਹੈ। ਇਸ ਕਰਕੇ ਰੱਬ ਸਾਰਿਆਂ ਦਾ ਵਾ, ਪਰ ਰੱਬ ਦਾ ਕੋਈ ਆ। ਕਬੀਰ ਸਾਹਿਬ ਜੀ ਕਹਿੰਦੇ ਤੇਰਾ ਜਨ, ਤੇਰਾ ਕੋਈ ਵਾਹਿਗੁਰੂ, ਏਕ ਆਦ ਕੋਈ, ਇੱਕ ਅੱਧਾ ਹੀ ਆ ਤੇਰਾ। ਤੂੰ ਸਾਰਿਆਂ ਦਾ ਵਾ ਪਰ ਸਾਰੇ ਤੇਰੇ ਨਹੀਂ ਹੈਗੇ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਸਾਹਿਬ ਜੀ ਬਸ ਸੰਗਤ ਦਾ ਮਨੋਰਥ ਹੀ ਇਹ ਹੁੰਦਾ ਵਾ ਤੁਹਾਡੇ ਅੰਦਰ ਤੜਫ ਪੈਦਾ ਹੋਵੇ ਪਰਮਾਤਮਾ ਦੇ ਪ੍ਰਤੀ। ਗੁਰੂ ਨਾਨਕ ਸਾਹਿਬ ਜੀ ਫਿਰ ਬੇਈ ਨਦੀ ਵਿੱਚੋਂ ਜਦੋਂ ਬਾਹਰ ਆਏ ਆ ਤਾਂ ਉਹ ਜਿਹੜੀ ਤੜਫਣਾ ਸੀ, ਅੰਦਰ ਬਿਰਹਾ ਸੀ, ਸ਼ਮਸ਼ਾਨ ਘਾਟ ਚਲੇ ਗਏ, ਉੱਥੇ ਜਾ ਕੇ ਸਜ ਗਏ। ਤੇ ਸ਼ਬਦ ਉਹਨਾਂ ਨੇ ਜਿਹੜੇ ਆਖੇ ਸੀ ਉਹਦੇ ਨਾਲ ਉੱਥੋਂ ਦੇ ਜਿਹੜੇ ਧਰਮ ਦੇ ਠੇਕੇਦਾਰ ਸੀਗੇ ਉਹਨਾਂ ਨੂੰ ਬੜੀ ਮੁਸ਼ਕਲ ਹੋਈ। ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਮਹਾਰਾਜ ਨੇ ਆਖਿਆ। ਬੜੀ ਉਹਨਾਂ ਨੂੰ ਭਾਵ ਕਿ ਤੜਫਣਾ ਬਹੁਤ ਲੱਗੀ ਵੀ ਇਹ ਕਿਉਂ ਆਖਿਆ। ਇਕੱਠੇ ਹੋ ਕੇ ਆਏ, ਕੁਝ ਪੰਡਤ ਇਕੱਠੇ ਹੋ ਕੇ ਆਏ, ਕੁਝ ਮਲਾਣੇ ਇਕੱਠੇ ਹੋ ਕੇ ਆਏ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਆ ਇਹਨਾਂ ਦਾ ਕੀ ਮਤਲਬ ਹੈ। ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਮੁਸਲਮਾਨ ਕਿੰਨੇ ਆ ਇੱਥੇ ਵਸਦੇ? ਸੁਲਤਾਨਪੁਰ ਦੇ ਵਿੱਚ ਕੁਝ ਹਿੰਦੂ ਵੀ ਵਸਦੇ ਆ।
ਤੁਸੀਂ ਕਹਿੰਦੇ ਹੋ ਕੋਈ ਹਿੰਦੂ ਨਹੀਂ ਰਿਹਾ, ਕੋਈ ਮੁਸਲਮਾਨ ਨਹੀਂ ਰਿਹਾ, ਇਹ ਕਿਵੇਂ ਹੋ ਜਾਏਗਾ? ਕਹਿਣ ਲੱਗੇ ਮੁਸਲਮਾਨ ਬਹੁਤ ਆ ਪਰ ਅਸਲ ਨਹੀਂ ਜਿਵੇਂ ਦੇ ਹੋਣੇ ਚਾਹੀਦੇ ਆ, ਹਿੰਦੂ ਬਹੁਤ ਆ ਪਰ ਉਵੇਂ ਦੇ ਨਹੀਂ ਜਿਵੇਂ ਹੋਣੇ ਚਾਹੀਦੇ ਆ। ਉਹ ਕਹਿਣ ਲੱਗੇ ਸਾਨੂੰ ਸਮਝਾਓ ਫਿਰ ਮੁਸਲਮਾਨ ਕਿਹੋ ਜਿਹਾ ਹੁੰਦਾ ਹੈ? ਪੁੱਛਦੇ ਆ ਗੁਰੂ ਨਾਨਕ ਸਾਹਿਬ ਜੀ ਤੋਂ, ਹਿੰਦੂ ਕੌਣ ਹੁੰਦੇ ਆ? ਹਿੰਦੂ ਦੀ ਤਸਵੀਰ ਦੱਸੋ ਕਿਹੋ ਜਿਹੀ ਹੁੰਦੀ ਆ? ਫਿਰ ਕਹਿ ਦਿਓ। ਸਾਰੇ ਗੁੱਸੇ ਜਾ ਕੇ ਪੁੱਛ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਕਾਜੀ ਸਾਹਿਬ ਜੀ, ਮੁਸਲਮਾਨ ਕਹਾਵਣ ਮੁਸ਼ਕਲ, ਮੁਸਲਮਾਨ ਕਹਾਉਣਾ ਬਹੁਤ ਔਖਾ ਹੈ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਇੱਕ ਸੱਚਾ ਮੁਸਲਮਾਨ ਬਣਨ ਲਈ ਬਹੁਤ ਬਿਖਮ ਮਾਰਗ ਆ, ਬੜੀ ਕਮਾਈ ਕਰਨੀ ਪੈਂਦੀ ਹੈ। ਵੈਸੇ ਤੁਸੀਂ ਮੁਸਲਮਾਨ ਬਣ ਜਾਓ ਉਹ ਗੱਲ ਹੋਰ ਆ, ਲਿਬਾਸ ਉਹੋ ਜਿਹਾ ਪਾ ਲਓ, ਪਰ ਅਸਲੀ ਜਿਹੜੇ ਪਾਵਨ ਪਵਿੱਤਰ ਮੁਕੱਦਸ ਕਿਤਾਬ ਆ ਕੁਰਾਨ ਸ਼ਰੀਫ ਜੋ ਕਹਿੰਦੀ ਆ, ਉਹਦੇ ਜੈਸਾ ਹੋਣਾ ਬਹੁਤ ਔਖਾ ਵਾ। ਜਿਵੇਂ ਆਪਾਂ ਕਹਿੰਦੇ ਸਿੱਖ ਕਹਾਉਣਾ ਔਖਾ, ਸਿੱਖ ਹੋਣਾ ਔਖਾ ਵਾ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ। ਮੁਸਲਮਾਨ ਬਣਨ ਲਈ ਸਭ ਤੋਂ ਪਹਿਲਾਂ ਜਿਹੜਾ ਧਰਮ ਆ, ਦੀਨ ਆ, ਇਹ ਮਿੱਠਾ ਲੱਗਣਾ ਚਾਹੀਦਾ ਵਾ। ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਕਹਿਣ ਲੱਗੇ, ਪਹਿਲਾਂ ਜਿਹੜਾ ਧਰਮ ਆ, ਜਿਵੇਂ ਆਪਣਾ ਧਰਮ ਆ, ਉਹਦੀਆਂ ਜਿਹੜੀਆਂ ਗੱਲਾਂ, ਉਹਦੇ ਜਿਹੜੇ ਸਿਧਾਂਤ ਆ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹ ਸਿੱਖੀ ਦੇ ਸਿਧਾਂਤ ਆ। ਇਹਨਾਂ ਨਾਲ ਪਿਆਰ ਹੋਣਾ ਜ਼ਰੂਰੀ ਆ। ਇੱਦਾਂ ਹੀ ਜੇ ਕੋਈ ਮੁਸਲਮਾਨ ਬਣਨਾ ਚਾਹੁੰਦਾ ਹੈ ਤਾਂ ਅੱਲਾ ਦੇ ਨਾਲ ਪਿਆਰ ਹੋਣਾ ਜ਼ਰੂਰੀ ਆ। ਅਵਲ ਔਲ ਦੀਨ ਕਰ ਮਿੱਠਾ, ਉਹਦੀ ਬਾਣੀ ਮਿੱਠੀ ਲੱਗਣੀ ਜ਼ਰੂਰੀ ਆ। ਕੁਰਾਨ ਸ਼ਰੀਫ ਦੀਆਂ ਜਿਹੜੀਆਂ ਆਇਤਾਂ ਨੇ ਉਹ ਮਿੱਠੀਆਂ ਲੱਗਣੀਆਂ ਜ਼ਰੂਰੀ ਆ। ਅਵਲ ਔਲ ਦੀਨ ਕਰ ਮਿੱਠਾ, ਮੁਸਲਮਾਨ ਦੀ ਪਛਾਣ ਆ ਇਹ। ਮਸਕਲ ਮਾਨਾ ਮਾਲ ਮੁਸਾਵੇ। ਮਸਕਲ ਕਹਿੰਦੇ ਆ ਜੰਗਾਲ ਲਾਉਣ ਵਾਲੀ ਰੇਤੀ ਨੂੰ, ਜੰਗ ਨਹੀਂ ਲੱਗ ਜਾਂਦਾ ਚੀਜ਼ਾਂ ਤੇ, ਉਹਨੂੰ ਲਾਉਣ ਲਈ ਜੰਗ ਨੂੰ ਤਰ੍ਹਾਂ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਉਹ ਹੁੰਦੇ ਆ ਹਥਿਆਰ ਜਾਂ ਸੰਦ ਹੁੰਦੇ ਆ। ਇਸ ਤਰ੍ਹਾਂ ਹੀ ਤੂੰ ਆਪਣੇ ਮਨ ਤੇ ਲੱਗੇ ਜੰਗਾਲ ਨੂੰ ਲਾ। ਪਹਿਲਾਂ ਰੇਤੀ ਜਿਵੇਂ ਜੰਗਾਲ ਲਾਉਂਦੀ ਆ ਰਗੜ ਰਗੜ ਕੇ, ਮੁਸਲਮਾਨ ਦੀ ਪਛਾਣ ਇਹ ਹੁੰਦੀ ਆ, ਉਹ ਆਪਦੇ ਹੰਕਾਰ ਨੂੰ ਲਾਉਂਦਾ ਰਗੜ ਰਗੜ ਕੇ ਕੁਰਾਨ ਦੀਆਂ ਆਇਤਾਂ ਦੇ ਨਾਲ, ਤੇ ਮਾਲ ਮੁਸਾਵੇ, ਤੇ ਵੰਡ ਕੇ ਛਕਦਾ ਹੈ। ਸਭ ਦੇ ਨਾਲ ਵੰਡ ਕੇ ਛਕਣਾ ਉਹਨੂੰ ਆਉਂਦਾ ਹੈ। ਹੋਏ ਮੁਸਲਮਾਨ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ। ਅੱਗੇ ਤਸਵੀਰ ਉਹਨਾਂ ਖਿੱਚੀ ਆ ਮੁਸਲਮਾਨ ਦੀ ਕਿ ਇਹ ਜਿਹੜੇ ਮੁਸਲਮਾਨ ਹੁੰਦੇ ਆ ਉਹ ਤਾਂ ਹੀ ਹੋ ਸਕਦੇ ਆ ਜੇ ਉਹ ਰੱਬ ਦੀ, ਅੱਲਾ ਦੀ ਬਾਣੀ ਨਾਲ ਪਿਆਰ ਕਰਨਗੇ। ਰੇਤੀ ਦੇ ਨਾਲ ਜਿਵੇਂ ਜੰਗ ਖੁਰਦਿਆ ਜਾਂਦਾ, ਲਾਇਆ ਜਾਂਦਾ, ਇਵੇਂ ਆਪਣੇ ਹੰਕਾਰ ਨੂੰ ਖੁਰਚ ਕੇ ਵੰਡ ਕੇ ਛਕਣਗੇ ਤੇ ਮਰਨ ਤੇ ਜੀਵਨ ਦਾ ਭਰਮ ਜਿਹੜਾ ਉਹਨਾਂ ਅੰਦਰੋਂ ਗਵਾਚ ਜਾਵੇ, ਤਾਂ ਉਹ ਮੁਸਲਮਾਨ ਕਹਾ ਸਕਦਾ। ਰੱਬ ਕੀ ਰਜਾਏ ਮੰਨੇ ਸਿਰ ਉੱਪਰ। ਮੁਸਲਮਾਨ ਦੀ ਪਛਾਣ ਇਹ ਆ ਕਿ ਜੇ ਉਹਨਾਂ ਕਾਜ਼ੀਆਂ ਨੂੰ ਮਹਾਰਾਜ ਨੇ ਕਿਹਾ ਜੋ ਰੱਬ ਨੇ ਕਰਤਾ ਉਹ ਕਵੇ ਠੀਕ, ਉਹ ਕਵੇ ਠੀਕ ਆ। ਰੱਬ ਕੀ ਰਜਾਏ, ਰੱਬ ਦੀ ਰਜਾ, ਮੰਨੇ ਸਿਰ ਉੱਪਰ, ਉਹਨੂੰ ਸਿਰ ਦੇ ਉੱਪਰ ਮੰਨੇ ਕਿ ਹਾਂ ਜੋ ਰੱਬ ਨੇ ਕੀਤਾ ਠੀਕ ਕੀਤਾ। ਜੋ ਤੁਧ ਭਾਵੇ ਸਾਈ ਭਲੀ ਕਾਰ। ਸਿੱਖ ਵੀ ਉਹ ਆ ਜੋ ਇਹ ਕਹਿੰਦਾ ਜੋ ਤੁਧ ਭਾਵੇ ਸਾਈ ਭਲੀ ਕਾਰ। ਮੁਸਲਮਾਨ ਦੀ ਪਛਾਣ ਵੀ ਇਹ ਆ, ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਵੀ ਮੰਨੇ ਕਰਨਹਾਰ ਸਿਰਫ ਕਰਤਾ ਵਾ, ਮੈਂ ਨਹੀਂ ਹੈਗਾ, ਆਪ ਗਵਾਵੇ। ਮੰਨ ਲਵੇ ਜੋ ਹੋ ਰਿਹਾ ਉਹ ਕਰਤਾ ਕਰਦਾ, ਆਪ ਨਾ ਕਵੇ ਵੀ ਮੈਂ ਕਰਦਾ। ਇਹ ਮੁਸਲਮਾਨ ਦੀ ਪਛਾਣ ਆ। ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ। ਮੁਸਲਮਾਨ ਦੀ ਅੱਗੇ ਪਛਾਣ ਕਾਜੀ ਸਾਹਿਬ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਿ ਮੁਸਲਮਾਨ ਦੀ ਪਛਾਣ ਇਹ ਆ ਵੀ ਉਹ ਸਾਰਿਆਂ ਨਾਲ ਪਿਆਰ ਕਰੇ, ਸਾਰਿਆਂ ਵਿੱਚ ਇੱਕ ਖੁਦਾ ਨੂੰ ਤੱਕੇ ਤਾਂ ਮੁਸਲਮਾਨ ਕਹਾਵੇ। ਇਹ ਉਹਦੀ ਪਛਾਣ। ਫਿਰ ਕਾਜੀ ਕਹਿਣ ਲੱਗੇ
ਕਿ ਇਹ ਜੋ ਤੁਸੀਂ ਕਹਿ ਰਹੇ ਹੋ, ਇਹ ਜੋ ਤੁਸੀਂ ਸਮਝਾ ਰਹੇ ਹੋ, ਉਹ ਅਸੀਂ ਪੜ੍ਹਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਪੜ੍ਹਦੇ ਹੋ, ਮੰਨਦੇ ਨਹੀਂ ਹੈਗੇ। ਪੜ੍ਹਨਾ ਕੁਝ ਹੋਰ ਆ, ਅਮਲ ਕਮਾਉਣੇ ਕੁਝ ਹੋਰ ਆ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਫਿਰ ਅੱਗੇ ਹਿੰਦੂਆਂ ਬਾਰੇ ਵੀ ਦੱਸਿਆ ਉਹਨਾਂ ਨੇ, ਗੁਰੂ ਨਾਨਕ ਜੀ ਨੇ, ਵੀ ਹਿੰਦੂਆਂ ਦਾ ਕੀ ਹਾਲ ਆ। ਹਿੰਦੂ ਮੂਲੇ ਭੁੱਲੇ ਅਖੁੱਟੀ ਮਾਹੀ। ਹਿੰਦੂਆਂ ਦਾ ਕਹਿੰਦੇ ਬਾਹਲਾ ਬੁਰਾ ਹਾਲ ਆ। ਨਾ ਕੋ ਹਿੰਦੂ ਨਾ ਕੋ ਮੁਸਲਮਾਨ ਦੇ ਅਰਥ ਇਹ ਸੀ ਵੀ ਇਹ ਜਿਹੜੇ ਆ ਭੁੱਲ ਚੁੱਕੇ ਆ, ਆਪਦੀ ਅਸਲ ਗੱਲ ਭੁੱਲ ਚੁੱਕੇ ਆ। ਹਿੰਦੂ ਮੂਲੇ ਭੁੱਲੇ, ਹਿੰਦੂ ਤਾਂ ਬਾਹਲੇ ਹੀ ਭੁੱਲ ਗਏ। ਅਖੁੱਟੀ ਮਾਹੀ, ਖੋਟਾਪਣ ਬਾਹਲਾ ਆ ਗਿਆ ਇਹਨਾਂ ਵਿੱਚ। ਨਾਰਦ ਕਹਿਆ ਸੇ ਪੂਜ ਕਰਾਹੀ। ਇਹਨਾਂ ਨੇ ਜੋ ਭਾਗਵਤ ਗੀਤਾ ਵਿੱਚ ਲਿਖਿਆ ਵਾ, ਜਾਂ ਇਹਨਾਂ ਦੇ ਗ੍ਰੰਥ ਆ, ਵੇਦ ਆ, ਉਹਨਾਂ ਨੂੰ ਛੱਡ ਕੇ ਇਹਨਾਂ ਨੇ ਜਿਵੇਂ ਨਾਰਦ ਨੇ ਕਹਿਤਾ ਉਹ ਮੰਨਣ ਲੱਗ ਗਏ ਆ। ਅੰਧੇ ਗੂੰਗੇ ਅੰਧ ਅੰਧਾਰ। ਹਿੰਦੂ ਵੀ ਅੰਧੇ ਹੋ ਗਏ, ਅੰਨੇ ਹੋ ਗਏ ਆ, ਗੂੰਗੇ ਹੋ ਗਏ ਆ। ਤੇ ਇਹਨਾਂ ਦਾ ਜੀਵਨ ਜਿਹੜਾ ਹੈ ਉਹ ਗੁਬਾਰ ਦੇ ਨਾਲ, ਧੁੰਦ ਦੇ ਨਾਲ ਭਰ ਗਿਆ। ਪਾਥਰ ਲੈ ਪੂਜੈ ਮੁਗਧ ਗਵਾਰ। ਇਹ ਪੱਥਰ ਦੀ ਪੂਜਾ ਕਰਦੇ ਆ ਉਹ, ਜਾਂ ਆਪ ਡੁੱਬੇ ਤੁਮ ਕਹਾਂ ਤਰਨਹਾਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੱਥਰ ਤਾਂ ਆਪ ਡੁੱਬ ਜਾਂਦਾ ਪਾਣੀ ਵਿੱਚ, ਪੱਥਰ ਤਾਂ ਆਪ ਪਾਣੀ ਵਿੱਚ ਡੁੱਬ ਜਾਂਦਾ ਹੈ। ਉਹ ਜਾਂ ਆਪ ਡੁੱਬੇ ਤੁਮ ਕਹਾਂ ਤਰਨਹਾਰ। ਥੋੜ੍ਹੀਆਂ ਔਖੀਆਂ ਗੱਲਾਂ ਵਾ ਸੁਣਨੀਆਂ। ਤੇ ਹਿੰਦੂਆਂ ਨੂੰ ਕਹਿ ਰਹੇ ਸੀ ਕਿ ਉਹ ਤਾਂ ਆਪ ਡੁੱਬ ਜਾਂਦਾ ਪੱਥਰ, ਤੇ ਉਹ ਤੁਹਾਨੂੰ ਕਿਵੇਂ ਤਾਰ ਦੂਗਾ। ਤੁਸੀਂ ਵੇਦ ਪੜ੍ਹੋ, ਵੇਦ ਪੜ੍ਹੋ। ਮੁਸਲਮਾਨਾਂ ਨੂੰ ਕਿਹਾ ਕਿਤਾਬ ਪੜ੍ਹੋ, ਕੁਰਾਨ ਪੜ੍ਹੋ। ਉਹ ਜੋ ਕਹਿੰਦੀ ਆ ਉਹਦੇ ਵਿੱਚੋਂ ਦੇਖੋ ਵੀ ਸਾਡਾ ਜੀਵਨ ਕੀ ਕਹਿੰਦਾ, ਮੈਂ ਕਿੱਧਰ ਨੂੰ ਜਾ ਰਿਹਾ। ਉਹ ਅਮਲ ਕਮਾਓ, ਉਹਦੇ ਨਾਲ ਭਲਾ ਹੋਵੇਗਾ। ਕਬੀਰ ਸਾਹਿਬ ਜੀ ਆਪਦੇ ਬੀਜਕ ਗ੍ਰੰਥ ਵਿੱਚ ਕਹਿੰਦੇ ਆ, ਕਹਿੰਦੇ ਜੇ ਤੁਸੀਂ ਪੱਥਰ ਪੂਜੋਗੇ ਮੂਰਤੀ, ਤੇ ਮੈਂ ਫਿਰ ਜੇ ਸਮੇਰ ਪਰਬਤ ਨੂੰ ਪੂਜਾਂ, ਫਿਰ ਮੈਂ ਵੱਡਾ ਹੋ ਗਿਆ। ਕਹਿੰਦੇ ਇਹਨਾਂ 'ਚੋਂ ਭਾਵ ਕੁਝ ਨਹੀਂ। ਉਹ ਕਹਿੰਦੇ ਤੁਸੀਂ ਛੋਟੀ ਜਿਹੀ ਮੂਰਤੀ ਪੂਜੋਗੇ ਤੇ ਲਓ ਮੈਂ ਫਿਰ ਪਹਾੜ ਪੂਜ ਲੈਣਾ। ਪਹਾੜ ਮੂਰਤੀ ਨਾਲੋਂ ਵੱਡਾ ਹੈ ਨਾ। ਕਹਿੰਦੇ ਪਰ ਪਾਥਰ ਨਾ ਬੋਲੇ ਨਾ ਕੁਝ ਦੇ, ਨੇਫਲ ਕਰਮ ਹੈ ਇਹ ਸੇਵ। ਇਹਨਾਂ ਵਿੱਚੋਂ ਕੁਝ ਨਹੀਂ ਕਿਸੇ ਨੇ ਖੱਟਿਆ। ਇਸ ਕਰਕੇ ਜੋ ਪਾਥਰ ਕੋ ਕਹਤੇ ਦੇਵ, ਤਾਂ ਕਿ ਬਿਰਥਾ ਹੋਵੇ ਸੇਵ। ਇਹ ਮਹਾਰਾਜ ਦੀਆਂ ਸਾਰੀਆਂ ਬਾਣੀਆਂ ਨੇ। ਫਿਰ ਉਹਨਾਂ ਨੇ ਕਾਜ਼ੀਆਂ ਨੂੰ ਬੜਾ ਗੁੱਸਾ ਆਇਆ ਇਹਨਾਂ ਗੱਲਾਂ 'ਤੇ, ਵੀ ਇਹ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਕਹਿੰਦੇ ਆ। ਫਿਰ ਉਹ ਕਹਿਣ ਲੱਗੇ ਵੀ ਹੋਰ ਤੁਸੀਂ ਕੀ ਕਹਿੰਦੇ ਹੋ। ਮੇਰ ਮਸੀਤ ਸਦਕ ਮਸੱਲਾ ਹੱਕ ਹਲਾਲ ਕੁਰਾਨ। ਇਹ ਸੁਲਤਾਨਪੁਰ ਦੀ ਇੱਕ ਕਬਰਿਸਤਾਨ ਦੀ ਇੱਕ ਸ਼ਮਸ਼ਾਨ ਘਾਟ ਦੀਆਂ ਗੱਲਾਂ ਨੇ, ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਮਿਹਰ ਮਸੀਤ, ਤੂੰ ਮਿਹਰ ਦੀ ਮਸੀਤ ਵਿੱਚ ਜਾਇਆ ਕਰ, ਇਹਨੂੰ ਮਸੀਤ ਬਣਾ। ਮਿਹਰ ਤੇਰਾ ਦਿਲ ਜਿਹੜਾ ਹੈ ਪਿਘਲ ਜਾਵੇ, ਮਿਹਰ ਕਰੇ ਕਿਸੇ ਤੇ। ਸਦਕ ਮਸੱਲਾ, ਮੁਸਲਮਾਨ ਵੀਰ ਇੱਕ ਚਟਾਈ ਵਿਛਾਉਂਦੇ ਆ ਨਮਾਜ਼ ਪੜ੍ਹਨ ਲਈ, ਆਪਾਂ ਉਹਨੂੰ ਮੈਟ ਕਹਿੰਦੇ ਆ ਜਾਂ ਸੱਫ ਕਹਿੰਦੇ ਆ, ਉਹ ਮਸੱਲਾ ਕਹਿੰਦੇ ਆ। ਮਿਹਰ ਮਸੀਤ ਸਦਕ ਮਸੱਲਾ। ਸਦਕ ਦੇ ਅਰਥ ਆ ਭਰੋਸਾ ਆਪਣੇ ਗੁਰੂ ਤੇ, ਸਦਕ ਦੇ ਭਾਵ ਆ ਤੇ ਸ਼ਰਮ ਸੁੰਨਤ, ਤੇ ਮਾੜੇ ਕੰਮ ਤੋਂ ਸ਼ਰਮ ਮੰਨੀ ਕਰਨ ਤੋਂ, ਵੀ ਮੈਂ ਨਹੀਂ ਕਰਨਾ, ਸ਼ਰਮ ਮੰਨ ਲਈ। ਇਹ ਸ਼ਰਮ ਹੀ ਤੇਰੀ ਸੁੰਨਤ ਹੋਵੇਗੀ। ਸੀਲ ਰੋਜ਼ਾ, ਸੀਲ ਕਹਿੰਦੇ ਆ ਚੰਗੇ ਸੁਭਾਅ ਨੂੰ, ਉਹ ਰੋਜ਼ੇ ਰੱਖਦੇ ਆ। ਮਹਾਰਾਜ ਕਹਿੰਦੇ ਚੰਗਾ ਸੁਭਾਅ ਤੇਰਾ ਰੋਜ਼ਾ ਹੋਵੇ, ਸ਼ਰਮ ਤੇਰੀ ਸੁੰਨਤ ਹੋਵੇ, ਮਿਹਰ ਤੇਰੀ ਮਸੀਤ ਹੋਵੇ, ਸਦਕ ਤੇਰੀ ਚਟਾਈ ਹੋਵੇ, ਤਾਂ ਹੋ ਮੁਸਲਮਾਨ। ਤਾਂ ਕਾਜ਼ੀ ਸਾਹਿਬ ਜੀ ਤੁਸੀਂ ਮੁਸਲਮਾਨ ਬਣ ਸਕਦੇ ਹੋ। ਕਰਨੀ ਕਾਬਾ, ਕਰਨੀ ਕਾਬਾ, ਜਿਹੜੀ ਬੰਦੇ ਦੀ ਕਰਨੀ ਆ, ਕਰਮ ਆ ਬੰਦੇ ਦੇ, ਉਹ ਕਾਬਾ ਹੋਵੇ। ਮੱਕੇ ਦੇ ਵਿੱਚ ਇਹਨਾਂ ਦਾ ਸਥਾਨ ਆ ਕਾਬਾ। ਤੇ ਚੰਗੇ ਕਰਮ ਹੀ ਕਾਬਾ ਹੋ ਜਾਣ, ਤੇ ਸੱਚ ਪੀਰ, ਸੱਚ ਬੋਲਣਾ ਹੀ ਪੀਰ ਹੋ ਜੇ। ਕਲਮਾ ਕਰਮ ਨਿਵਾਜ, ਤਸਬੀ ਸਾ ਤਿਸ ਭਾਵ ਸੀ, ਤਸਬੀ ਸਾ ਤਿਸ ਭਾਵ ਸੀ, ਨਾਨਕ ਰੱਖੈ ਲਾਜ। ਤਸਬੀ ਕਹਿੰਦੇ ਆ ਮਾਲਾ ਨੂੰ। ਮਾਲਾ ਤੇਰੀ ਇਹ ਹੋਵੇ ਜੋ ਰੱਬ ਨੇ ਕਰਤਾ ਕਹਿ ਠੀਕ ਕੀਤਾ। ਤਸਬੀ ਸਾ ਤਿਸ ਭਾਵ ਸੀ, ਨਾਨਕ ਰੱਖੈ ਲਾਜ। ਇਹੋ ਜਿਹੇ ਮੁਸਲਮਾਨ ਦੀ ਪਰਮਾਤਮਾ
ਲਾਜ ਰੱਖ ਲੈਂਦਾ ਹੈ। ਤਾਂ ਉਹਨਾਂ ਕਾਜ਼ੀਆਂ ਨੂੰ ਉਪਦੇਸ਼ ਦਿੱਤਾ। ਇਹਦੇ ਵਿੱਚ ਇਹ ਮੁਸਲਮਾਨ ਨੂੰ ਉਪਦੇਸ਼ ਨਹੀਂ, ਸਾਨੂੰ ਵੀ ਇਹ ਉਪਦੇਸ਼ ਆ। ਮੁਸਲਮਾਨ ਤਾਂ ਉਹ ਹੁੰਦਾ ਜਿਹੜਾ ਰੱਬ ਨੇ ਕਰਤਾ ਕਵੇ ਠੀਕ ਕੀਤਾ, ਇਹ ਨਾ ਕਵੇ ਮੈਂ ਕੀਤਾ। ਹੋਏ ਮੁਸਲਮਾਨ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਕਰਤਾ ਨੂੰ ਮੰਨ ਲਵੇ ਵੀ ਕਰਤਾ ਹੀ ਕਰਦਾ ਹੈ, ਆਪ ਗਵਾਵੇ, ਆਪ ਦਾ ਆਪ ਗਵਾ ਦੇਵੇ ਵੀ ਮੈਂ ਕੁਝ ਹਾਂ। ਇਹ ਛੱਡ ਦੇਵੇ, ਜਮਾ ਜ਼ੀਰੋ ਹੋ ਜਾਵੇ, ਸ਼ੂਨਯ ਕਹਿੰਦੇ ਇਹਨੂੰ। ਜਿਹੜੇ ਬੋਧੀ ਆ ਇਹ ਗੱਲ ਨੂੰ ਸ਼ੂਨਯ ਕਹਿੰਦੇ ਆ, ਜ਼ੀਰੋ ਹੋ ਜਾਣਾ। ਆਪਾਂ ਹੁਣ ਬਹੁਤ ਕੁਝ ਬਣੇ ਫਿਰਦੇ ਹਾਂ ਤਾਂ ਉਹਨੂੰ ਜ਼ੀਰੋ ਕਰਨਾ ਉਹ ਸ਼ੂਨਯ ਕਹਿੰਦੇ ਆ। ਗੁਰੂ ਸਾਹਿਬ ਜੀ ਕਹਿੰਦੇ ਆ ਉਹਨੂੰ ਆਪ ਗਵਾਵੇ। ਗੱਲ ਉਹੀ ਆ, ਸ਼ਬਦਾਂ ਦਾ ਭੇਦ ਆ। ਕਰਤਾ ਮੰਨੇ ਆਪ ਗਵਾਵੇ, ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਤਾਂ ਮੁਸਲਮਾਨ ਕਹਾਵੇ। ਗੁਰੂ ਸਾਹਿਬ ਜੀ ਕਹਿੰਦੇ, ਕਾਜੀ ਸਾਹਿਬ ਜੀ ਜਿਹੜੇ ਉਹ ਬਾਲੇ ਧਰਮ ਦੇ ਠੇਕੇਦਾਰ ਸੀ ਧਰਮ ਦੇ, ਵੀ ਜੇ ਇਹ ਕਰੋਗੇ ਤਾਂ ਮੈਂ ਕਹਿੰਦਾ ਮੁਸਲਮਾਨ ਹੋ ਤੁਸੀਂ। ਜੇ ਇਹ ਤੁਹਾਡੇ ਵਿੱਚ ਗੁਣ ਨਹੀਂ, ਤੁਸੀਂ ਮੁਸਲਮਾਨ ਵਾਲੇ ਕੱਪੜੇ ਜ਼ਰੂਰ ਪਾਏ ਹੋ, ਕੋਈ ਵੀ ਪਾ ਸਕਦਾ, ਪਰ ਤੁਸੀਂ ਮੁਸਲਮਾਨ ਨਹੀਂ ਹੋ ਸਕਦੇ। ਹਿੰਦੂਆਂ ਨੂੰ ਵੀ ਕਹਿਤਾ ਤੁਸੀਂ ਲਿਬਾਸ ਪਾ ਲਿਆ, ਮੰਦਿਰ 'ਚ ਜਾਂਦੇ ਹੋ, ਪਰ ਤੁਸੀਂ ਹਿੰਦੂ ਨਹੀਂ ਹੋ ਸਕਦੇ, ਅਸਲ ਹਿੰਦੂ ਨਹੀਂ ਤੁਸੀਂ ਹੈਗੇ। ਜੋ ਵੇਦ ਕਹਿੰਦੇ ਆ, ਜੋ ਕੁਰਾਨ ਕਹਿੰਦੀ ਆ, ਇਹ ਤੁਸੀਂ ਮੰਨ ਨਹੀਂ ਰਹੇ, ਪੜ੍ਹਨ ਵਾਲੇ ਹੋ। ਤੁਝੇ ਕਿਤਾਬ ਸੇ ਫਿਰੋਗ ਹੈ ਕਿ ਤੂੰ ਕਿਤਾਬੇ ਖੁਆ ਹੈ, ਸਾਹਿਬੇ ਕਿਤਾਬ ਨਹੀਂ। ਬੰਦਿਆ ਤੂੰ ਉਹ ਆ ਜੋ ਕਿਤਾਬਾਂ ਵਿੱਚ ਪੜ੍ਹਦਾ ਹੈ ਤੂੰ, ਪਰ ਉਹ ਨਹੀਂ ਹੈਗਾ ਜੋ ਉਹਨਾਂ ਵਿੱਚ ਲਿਖਿਆ। ਤੂੰ ਸਿਰਫ ਉਹਨਾਂ ਨੂੰ ਪੜ੍ਹਨ ਵਾਲਾ ਹੀ ਆ। ਤੂੰ ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਸਿੱਖਾ, ਪਰ ਜੋ ਵਿੱਚ ਲਿਖਿਆ ਉਹ ਤੂੰ ਨਹੀਂ ਹੈਗਾ। ਤੂੰ ਗੁਰਦੁਆਰੇ ਆਉਣ ਵਾਲਾ ਹੈ, ਪਰ ਜੋ ਗੁਰਦੁਆਰਾ ਕਹਿੰਦਾ ਤੈਨੂੰ ਉਹ ਤੂੰ ਨਹੀਂ ਹੈ। ਇਹ ਦੁੱਖ ਦੀ ਗੱਲ ਆ। ਇਹ ਗੁਰੂ ਸਾਹਿਬ ਨੂੰ ਇਹ ਚੀਜ਼ ਦਾ, ਇਹਨਾਂ ਦਾ ਦੁੱਖ ਲੱਗਦਾ ਜਦੋਂ ਆਪਾਂ ਧਰਮ ਦੇ ਨਾਮ 'ਤੇ ਬੰਦਾ ਠੱਗੀ ਕਰਦਾ। ਜਪਜੀ ਸਾਹਿਬ 'ਚ ਜੋ ਲਿਖਿਆ ਉਹ ਬੰਦਾ ਨਹੀਂ ਹੈਗਾ, ਉਹਦੀਆਂ ਗੱਲਾਂ ਦੱਸਦੀਆਂ, ਪੜ੍ਹਨ ਵਾਲਾ ਹੈ। ਤੁਝੇ ਕਿਤਾਬ ਸੇ ਫਰੋਗ ਹੈ, ਤੂੰ ਕਿਤਾਬੇ ਖੁਆ ਹੈ। ਕਿਤਾਬ ਪੜ੍ਹਨ ਵਾਲਾ ਤੂੰ, ਵੇਦ ਪੜ੍ਹਨ ਵਾਲਾ, ਗੀਤਾ ਪੜ੍ਹਨ ਵਾਲਾ, ਜਪਜੀ ਸਾਹਿਬ ਦਾ ਪਾਠ ਪੜ੍ਹਨ ਵਾਲਾ, ਚੌਪਈ ਸਾਹਿਬ ਦਾ ਪਾਠ ਕਰਨ ਵਾਲਾ, ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਾ, ਪਰ ਤੂੰ ਸਾਹਿਬੇ ਕਿਤਾਬ ਨਹੀਂ, ਜੋ ਵਿੱਚ ਲਿਖਿਆ ਉਹ ਤੂੰ ਨਹੀਂ ਹੈਗਾ। ਤਾਂ ਗੁਰੂ ਸਾਹਿਬ ਕਿਰਪਾ ਕਰਨ, ਅੱਜ ਦੇ ਦੀਵਾਨ 'ਚ ਇਤਨਾ ਹੀ। ਭੁੱਲ ਚੁੱਕ ਦੀ ਖਿਮਾ। ਗੁਰੂ ਨਾਨਕ ਜੀ ਦੀ ਸ਼ਾਨ ਬੜੀ ਉੱਚੀ ਸੁੱਚੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਆਪਣਾ ਪ੍ਰੇਮ ਬਖਸ਼ਣ। ਜੋ ਬਾਣੀ ਕਹਿੰਦੀ ਆ ਉਹ ਉਹੋ ਜਿਹੇ ਬਣੀਏ, ਉਹ ਸੁਭਾਅ ਬਣਾਈਏ, ਆਪਣਾ ਸੋਹਣੇ ਸੁਭਾਅ ਵਾਲੇ ਬਣੀਏ। ਆਓ ਉਹ ਵਾਹਿਗੁਰੂ ਦਾ ਸਿਮਰਨ ਕਰਕੇ ਹੀ ਬਣਿਆ ਜਾਂਦਾ ਹੈ। ਆਓ ਵਾਹਿਗੁਰੂ ਜੀ ਕਹੀਏ ਅਤੇ ਅਰਦਾਸ ਬੇਨਤੀ ਵਿੱਚ ਜੁੜੀਏ ਜੀ। ਵਾਹਿਗੁਰੂ ਦੇਹੋ ਸੱਜਣ ਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ।